ऐसे ने कि मैं कसाइयां ਦਾ ਕੰਮ ਕਰਦਾ ਹਾਂ ਪਿੰਡੀ ਤੇ ਮੈਨੂੰ ਇਹ ਦਮੇ ਦੀ ਅਲਾਮਤ ਬਣ ਗਈ। ਇਹ ਦਮਾ ਮੈਨੂੰ ਜਿਹੜਾ ਇਹ ਕੰਮ ਨਹੀਂ ਕਰਨ ਦਿੰਦਾ। ਕੋਈ ਲੋਕਾਂ ਦਾ ਕਰਜ਼ਾ ਦੇਣਾ ਹੈ। ना रो ना हुन तुसी इंशाअल्लाह मेरे अल्लाह ने चाया कोई भी अल्लाह का बंदा आ जाएगा जी। बिस्मिल्लाहिर्रहमानिर्रहीम। सहारा बनो में मैं हूं खान अली ते साडे एक भाई ने जिन्हों बहुत ज़्यादा मजबूरी है तो साडे कोल ऑफिस चल के आए। उन्होंने अपनी गलबात आके सुनाई तो मेरा तुहानूं अक्सर मैं दसना वा कि मेरा काम है पहला मैं तस्दीक करना वा, पहला वेहना वा कि वाकई ये फैमिली हकदार है, मजबूर है, परेशान है। फिर मैं उन्होंने लोगों तक पहुँचना वा और उन्होंने जिहड़ी भी मजबूरी होंदी है मैं वीडियो के सामने लैके आना वा। मैं यह काम नहीं करता कि राह जांदिया कोई भी खलोता है मैं उसकी वीडियो बनाना शुरू कर दिता, या राह जांदे एक बंदा काम कर रहा है मैं उन्होंने वीडियो बना के कह दिता कि भाई जान लो जी आ वेखो जी इसका छोटा जिहा कारोबार है। भाई जान अगर वह छोटा जिहा भी कारोबार है ना तो वह छोटे तो वड्डा कर सकता है। तो मैं राह जांदिया कभी किसी की वीडियो नहीं बनाई। मेरी कोशिश होंदी है कि मैं फैमिली तक पहुँचा, वाकई जिहड़े हकदार ने। आओ मैं तुहानूं एक फैमिली नाल मिलाना। इस वीडियो नूं बंद ना करिया जे, वीडियो नूं एंड तक जरूर वेख्या करो क्योंकि तुहानूं अक्सर मैं वीडियो च अपने दोस्तों नूं वीरां नूं भैणां नूं कहना वा कि वीडियो नूं एंड तक जरूर वेख्या करो। किसी का दर्द किसी का मजबूरी जरूर सुनिया करो। तो इस टाइम लोग किड्डे मजबूर ने। आओ जी मैं तुहानूं मिलाना जी। अस्सलाम वालेकुम। ਇਹ ਸਾਡੇ ਇੱਕ ਭਾਈ ਨੇ, ਇਹਨਾਂ ਦਾ ਨਾਮ ਵਿੱਕੀ ਹੈ ਤੇ ਇਹਨਾਂ ਦੀ ਸਟੋਰੀ ਇਹਨਾਂ ਦੀ ਜ਼ੁਬਾਨੀ ਅਸੀਂ ਸੁਣਨੇ ਆ। ਤੇ ਕੀ ਐਸੀ ਮਜਬੂਰੀ ਹੈ ਤੁਹਾਨੂੰ ਵਿੱਕੀ ਭਾਈ ਕਿ ਜਿਹੜਾ ਤੁਸੀਂ ਵੀਡੀਓ ਦੇ ਅੱਗੇ ਆ ਗਏ? ਭਾਈ ਜਾਨ ਮਜਬੂਰੀ ਹੈ, ਘਰਾਂ ਦੀ ਹਾਲਾਤ ਹੀ ਨੇ ਖਰਾਬ ਨੇ। ਐਸੇ ਨੇ ਕਿ ਮੈਂ ਕਸਾਈਆਂ ਦਾ ਕੰਮ ਕਰਦਾ ਹਾਂ ਪਿੰਡੀ ਤੇ ਮੈਨੂੰ ਇਹ ਦਮੇ ਦੀ ਅਲਾਮਤ ਬਣ ਗਈ। ਇਹ ਦਮਾ ਮੈਨੂੰ ਜਿਹੜਾ ਇਹ ਕੰਮ ਨਹੀਂ ਕਰਨ ਦਿੰਦਾ। ਕੋਈ ਲੋਕਾਂ ਦਾ ਕਰਜ਼ਾ ਦੇਣਾ ਹੈ, ਛੋਟੇ ਛੋਟੇ ਬੱਚੇ ਨੇ, ਕਿਰਾਏ ਦਾ ਮਕਾਨ ਹੈ, ਹੋਰ ਸਭ ਕੁਝ ਤੁਹਾਡੇ ਸਾਹਮਣੇ ਵੀ ਇੱਕ ਦੋ ਚਾਰ ਪਾਈ ਹੈ। ਸਮਾਨ ਮੇਰੇ ਕੋਲ ਕੋਈ ਨਹੀਂ, ਨਾ ਕੋਈ ਜਾਇਦਾਦ ਤੇ ਨਾ ਕੋਈ ਬੱਚੇ ਨੇ। ਇਹਨਾਂ ਦੀ ਦੌੜ ਭੱਜ ਜੀ ਪੇਟ ਵਾਸਤੇ ਲੱਗੇ ਆ। ਕੀ ਤੁਹਾਨੂੰ ਕੀ ਮਤਲਬ ਕੀ ਬਿਮਾਰੀ ਹੋ ਗਈ? ਮੈਨੂੰ ਬਿਮਾਰੀ ਹੈ ਜੀ, ਸਾਹ ਚੜ ਜਾਂਦਾ, ਕੋਈ ਵੀ ਕੰਮ ਟੁਰਨਾ ਪੈਦਲ ਨਹੀਂ ਚੱਲਿਆ ਜਾਂਦਾ। 2 ਮਿੰਟ ਵੀ ਚੱਲਣਾ ਤੇ ਮੈਂ ਬਹਿ ਜਾਂਦਾ। ਤੇ ਮੇਰੀ ਬੀਵੀ ਹੈ, ਕੋਈ 2-4 ਘਰਾਂ ਦੇ ਵਿੱਚ ਕੰਮ ਕਰਕੇ ਤੇ ਮੇਰਾ ਤੇ ਨਾ ਬੱਚਿਆਂ ਦਾ ਕੋਈ ਸਹਾਰਾ ਬਣਿਆ। ਕੋਈ ਤੁਹਾਡੇ ਵਰਗਾ ਭੈਣ ਭਰਾ ਹੁੰਦਾ, ਕੋਈ 10 ਮਹੀਨੇ ਬਾਅਦ 2 ਮਹੀਨੇ ਬਾਅਦ ਕੋਈ ਮਦਦ ਕਰ ਦਿੰਦਾ, ਕੋਈ ਇੱਥੇ ਮਦਦ ਕਰ ਦਿੰਦਾ। ਇਸ ਵਜ੍ਹਾ ਨਾਲ ਕੋਈ ਇਹ ਜਿਹੜਾ ਤੁਹਾਨੂੰ ਬਾਰ-ਬਾਰ ਜਿਹੜਾ ਸਾਹ ਚੜਦਾ ਹੈ? ਹਾਂਜੀ, ਇਹ ਹੀ ਬਿਮਾਰੀ ਹੈ ਸਰ ਜੀ। ਇਹ ਕਾਹਦੀ ਬਿਮਾਰੀ? ਦਮੇ ਦੀ ਬਿਮਾਰੀ। ਦਮੇ ਦੀ ਬਿਮਾਰੀ ਹੋ ਗਈ ਹੈ। ਇਹਦਾ ਇਲਾਜ ਹੀ ਕੋਈ ਨਹੀਂ। ਬਹੁਤ ਮੈਂ ਇਲਾਜ ਕਰਾਇਆ। ਉਹ ਜਿੰਨਾ ਕੋਲ ਮੈਂ ਕੰਮ ਕਰਨਾ ਮੈਨੂੰ ਤਾਂ ਥੋੜ੍ਹਾ ਜਿਹਾ ਕਰਜ਼ਾ ਦੇਣਾ। ਕੀ ਤੁਸੀਂ ਉਹਨਾਂ ਦਾ ਕੀ ਦੇਣਾ ਹੈ? ਉਹਨਾਂ ਕੋਲ ਰੁਪਈਆ ਕੋਈ 30-32 ਹਜ਼ਾਰ ਦੇਣਾ ਜੀ। ਜ਼ਰੂਰਤ ਵਾਸਤੇ, ਕਦੀ ਬੱਚਾ ਬਿਮਾਰ ਹੋ ਗਿਆ, ਕਦੀ ਆਪਣੀ ਦਵਾਈ ਵਾਸਤੇ, ਕਦੀ ਬਿਜਲੀ ਦਾ ਬਿੱਲ ਆ ਗਿਆ, ਕਦੀ ਕਿਰਾਇਆ ਆ ਗਿਆ। 1000 2-2 4-4 ਹਜ਼ਾਰ ਕਰਕੇ ਲਏ ਆ ਜੀ, ਇਕੱਠੇ ਹੋ ਗਏ ਨੇ। ਉਹ ਵੀ ਹੁਣ ਆਉਂਦੇ ਨੇ, ਦਰਵਾਜ਼ਾ ਖੜਕਾਉਂਦੇ ਨੇ, ਗੱਲਾਂ ਕਰਦੇ ਨੇ, ਗਾਲੀ ਗਲੋਚ ਵੀ ਕਰਦੇ ਨੇ, ਲੇਕਿਨ ਚੁੱਪ ਕਰ ਜਾਈਦਾ ਜੀ। ਰੋਤ ਹੋ ਕੇ ਕੀ ਕਰਨਾ। ਠੀਕ ਹੋ ਗਿਆ। ਮਸਲਨ ਤੁਸੀਂ ਜਿਨ੍ਹਾਂ ਕੋਲ ਕੰਮ ਕਰਦੇ ਹੋ ਉਹਨਾਂ ਕੋਲ ਤੁਸੀਂ ਪੈਸੇ ਲਏ ਜੀ, ਮਸਲਨ 1000 ਕਰਕੇ ਜਾਂ 2-2 ਹਜ਼ਾਰ ਕਰਕੇ? ਜ਼ਰੂਰਤ ਦੇ ਮੁਤਾਬਕ 2 ਦੀ 4 ਦੀ 5 ਦੀ ਲੋੜ ਪਈ ਲੈਣ ਦਾ ਜੀ, ਕਟਾ ਦਿਆਂਗੇ ਜੀ। ਫਿਰ ਵਸਾਇਲ ਹੀ ਐਸੇ ਨੇ ਸਰ ਜੀ, ਘਰਾਂ ਦੇ ਹਾਲਾਤ ਕਿੰਨੇ ਹੀ ਕਟਾਏ ਜਾਂਦੇ। ਫਿਰ ਉਹ ਤੁਸੀਂ ਉਹਨਾਂ ਕੋਲ ਫਿਰ ਕੰਮ ਕਿਉਂ ਨਹੀਂ ਕੀਤਾ? ਕੰਮ ਜੀ ਉਹਨਾਂ ਦੀ ਸਖਤੀ ਦੀ ਵਜ੍ਹਾ ਨਾਲ ਕੰਮ ਜਿਹੜਾ ਨਾ, ਉਹ ਕੋਈ ਗਾਲੀ ਗਲੋਚ ਕਰਦੇ ਨੇ ਤੇ ਕੁਝ ਆਪਣੀ ਤਬੀਅਤ ਤੇ ਬਿਮਾਰੀ ਜਿਹੜੀ ਹੈ ਹੈਵੀ ਹੋ ਗਈ ਹੈ। ਤੇ ਉਹਨਾਂ ਦਾ ਤਰਲਾ ਕੀਤਾ ਜੀ ਮੈਂ ਕਿਸੇ ਕੰਮ ਕੋਈ ਲੱਗਣਾ, ਕੋਈ ਮਾੜਾ ਚੰਗਾ ਕਾਰੋਬਾਰ, ਕੋਈ ਰੁਜ਼ਗਾਰ ਅਗਰ ਮੈਨੂੰ ਮਿਲ ਜਾਂਦਾ ਤੇ ਮੈਂ ਤੁਹਾਨੂੰ ਫਿਰ ਅਸਤਾ ਕਰਕੇ ਵਾਪਸ ਕਰ ਦਿਆਂਗਾ। ਤੇ ਤੁਹਾਡਾ ਮੈਨੂੰ ਕਿਸੇ ਬੰਦੇ ਦੱਸਿਆ ਸੀ ਜਿਵੇਂ ਸਹਾਰਾ ਬਣੂ ਵਾਲੇ ਨੇ, ਤੇ ਉਹ ਇਸ ਤਰ੍ਹਾਂ ਜਿਹੜੇ ਨੇ ਲੋਕਾਂ ਦੀ, ਗਰੀਬ ਮੁਸਲਿਕ ਲੋਕਾਂ ਦੀ ਮਦਦ ਕਰਦੇ ਨੇ। ਤੇ ਜੀ ਮੈਂ ਤੁਹਾਡੇ ਦਰਵਾਜ਼ੇ ਤੇ ਆ ਗਿਆ। ਵੇਖੋ ਜੀ, ਤੁਸੀਂ ਵੇਖੋ ਜੀ, ਇਹ ਅੱਲਾ ਸੋਨੇ ਨੇ ਮਦਦ ਕਰਨੀ ਹੈ। ਹਾਂਜੀ ਦੋਸਤੋ, ਇਹ ਫੈਮਿਲੀ ਹੈ। ਇਹ ਨਾਮ ਕੀ ਤੁਹਾਡਾ? ਨਾਮ ਮੇਰਾ ਵਕੀਲ ਹੁਸੈਨ ਜੀ, ਵਿੱਕੀ ਆਂਦੇ ਨੇ। ਵਕੀਲ ਹੁਸੈਨ ਜੀ। ਵਕੀਲ ਹੁਸੈਨ ਇਹਨਾਂ ਦਾ ਨਾਂ ਹੈ। ਰਮਾਨੀ ਬਲਾਦਰੀ ਨਾਲ ਤਲਕ ਹੈ ਜੀ। ਚਲੋ ਠੀਕ ਹੋ ਗਿਆ ਜੀ। ਤੇ ਵਕੀਲ ਹੁਸੈਨ ਸਾਹਿਬ ਜਿਹੜੇ ਨੇ, ਇਹਨਾਂ ਨੇ ਆਪਣੀ ਗੱਲ ਸੁਣਾਈ ਕਿ ਇੱਕ ਕਸਾਈਆਂ ਦਾ ਕੰਮ ਕਰਦੇ ਹਨ, ਗੋਸ਼ਤ ਦਾ। ਇਹ ਦਮੇ ਦੀ ਬਿਮਾਰੀ ਇਹਨਾਂ ਨੂੰ ਹੋ ਗਈ ਤੇ ਇਹਨਾਂ ਨੇ ਕੰਮ ਛੱਡਣਾ ਪਿਆ ਇਹਨਾਂ ਨੂੰ। ਇਹਨਾਂ ਨੇ ਕੁਝ ਪੈਸੇ ਉਧਾਰੇ ਲਏ ਥੋੜੇ ਕਰਕੇ ਆਪਣੇ ਬੱਚੇ ਆ ਵੇਖੋ, ਛੋਟੇ ਛੋਟੇ ਬੱਚੇ ਨੇ ਇਹਨਾਂ ਦੇ। ਇਹਨਾਂ ਨੇ ਬੱਚਿਆਂ ਵਾਸਤੇ ਪੈਸੇ ਥੋੜੇ ਜਿਹੇ ਉਧਾਰੇ ਲਏ ਤੇ ਇਹਨਾਂ ਦੇ ਕਰਜ਼ਾ ਚੜ ਗਿਆ। ਇਹਨਾਂ ਦੇ ਕਹਿਣ ਤੇ ਹੋਣੇ ਕਿ ਉਹ ਦਰਵਾਜ਼ੇ ਤੇ ਆਉਂਦੇ ਨੇ, ਉਹ ਆ ਕੇ ਗਾਲੀ ਗਲੋਚ ਕਰਦੇ ਨੇ ਜਾਂ ਬਦਤਮੀਜ਼ੀ ਕਰਦੇ ਨੇ। ਜ਼ਾਹਰ ਜਿਹੜਾ ਗਰੀਬ ਬੰਦਾ ਉਹ ਜਦੋਂ ਨਹੀਂ ਦੇ ਸਕਦਾ ਤੇ ਫਿਰ ਗਾਲੀ ਗਲੋਚ ਜ਼ਾਹਰ ਉਹਨਾਂ ਨੇ ਕਰਨਾ। ਉਹਨਾਂ ਨੇ ਪੈਸੇ ਦਿੱਤੇ ਨੇ, ਉਹਨਾਂ ਨੇ ਲੈਣੇ ਨੇ। ਤੇ ਇਹ ਤੁਹਾਡੇ ਕੋਲ ਹੁਣ ਮੇਨ ਜਿਹੜੀ ਜ਼ਰੂਰਤ ਹੈ ਤੁਹਾਨੂੰ ਕਿਸ ਚੀਜ਼ ਦੀ ਹੈ? ਮੈਨੂੰ ਜ਼ਰੂਰਤ ਜੀ, ਮੈਨੂੰ ਕਾਰੋਬਾਰ ਦੀ ਹੈ। ਕਾਰੋਬਾਰ ਦੀ? ਜੀ।
ਮੇਰੀ ਭੈਣ ਨੇ ਦੇਖੋ ਕਾਰੋਬਾਰ ਵੀ ਇਹਨਾਂ ਨੂੰ ਮਿਲ ਜਾਏਗਾ ਜੀ ਤੇ ਅਗਰ ਇਹ ਕਾਰੋਬਾਰ ਕੱਲ ਨੂੰ ਨਹੀਂ ਕਰਦੇ, ਖਰਾਬ ਕਰ ਦਿੰਦੇ ਨੇ, ਉਹ ਫਿਰ ਉਹਦਾ ਜ਼ਿੰਮੇਦਾਰ ਕੌਣ ਹੋਏਗਾ? ਅਗਰ ਕੱਲ ਨੂੰ ਅਸੀਂ ਇਹਨਾਂ ਨੂੰ ਕਾਰੋਬਾਰ ਕਰ ਦਿੰਨੇ ਆ, ਜੀ ਇਹ ਕਾਰੋਬਾਰ ਚਲਾ ਲੈਂਦੇ, ਹਾਂਜੀ ਚਲਾਵਾਂਗੇ। ਖਰਾਬ ਤਾਂ ਨਹੀਂ ਕਰੋਗੇ? ਨਹੀਂ ਜੀ ਚਲਾਉਣ ਦੇ ਇਹਨਾਂ ਬੱਚਿਆਂ ਦੀ ਬੱਚਿਆਂ ਦੀ ਖਾਤਰ ਬੱਚਿਆਂ ਦੀ ਵਾਸਤੇ ਕਰਨਾ ਹੈ। ਕਿੰਨੇ ਬੱਚੇ ਨੇ ਤੁਹਾਡੇ? ਬੱਚੇ ਮਾਸ਼ਾਅੱਲਾ 5 ਨੇ ਜੀ, 3 ਬੇਟੀਆਂ ਨੇ 2 ਬੇਟੇ ਨੇ। ਮਾਸ਼ਾਅੱਲਾ। ਆ ਮਾਸ਼ਾਅੱਲਾ ਵੱਡਾ ਬੇਟਾ ਮੇਰਾ ਜੀ ਜੀ। ਤੇ ਮੇਰਾ ਦੇ ਮਕਸਦ ਇਹ ਵੀ ਹੈ ਕਿ ਚਲੋ ਮੈਂ ਕੋਈ ਰੇੜੀ ਲਾ ਲਾਂਗਾ ਤੇ ਵਿਆਹ ਕਰਾਂਗਾ, ਇਹਨੂੰ ਨਾਲ ਰੱਖ ਲਾਂਗਾ, ਤੇਰੇ ਅੱਗੇ ਪਿੱਛੇ ਟੋਰਨੀ ਫੇਰਨੀ ਹੋਈ, ਇਹ ਬੱਚਾ ਮੈਨੂੰ ਆਸਰਾ ਦੇਗਾ, ਇਹਦੇ ਆਸਰੇ ਨਾਲ ਮੈਂ ਵੀ ਟੁਰਦਾ ਫਿਰਦਾ ਰਹਾਂਗਾ। ਕਾਹਦੀ ਰੇੜੀ ਲਾ ਲੋਗੇ? ਕੋਈ ਫਰੂਟ ਦੀ ਰੇੜੀ ਲਾ ਲਾਂਗੇ ਜੀ, ਹੋਰ ਕੀ ਅੱਗੇ ਫਰੂਟ ਦਾ ਮਾੜਾ ਚੰਗਾ ਕਰ ਲਈਦਾ ਫਰੂਟ ਦੀ ਰੇੜੀ ਤੁਸੀਂ ਲਾ ਲੋਗੇ? ਜੀ, ਲਾ ਲਾਂਗੇ ਦੇਖੋ ਜੀ ਮੇਰੀ ਭੈਣ, ਮੇਰਾ ਵੀਰ, ਅਗਰ ਮੈਂ ਤੁਹਾਡੀ ਵੀਡੀਓ ਬਣਾ ਰਿਹਾ, ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕੋਈ ਇਤਰਾਜ਼ ਤੇ ਨਹੀਂ? ਕੋਈ ਕਿਸੇ ਨੂੰ ਇਤਰਾਜ਼ ਨਹੀਂ। ਵੇਖ ਲਿਆ ਜੀ, ਜਦੋਂ ਦੇਣਾ ਨਹੀਂ ਤਾਂ ਇਤਰਾਜ਼ ਕਰਦਾ। ਅੱਜ ਜਦੋਂ ਦੇਣਾ ਨਹੀਂ ਤੇ ਇਤਰਾਜ਼ ਕਿਸ ਚੀਜ਼ ਦਾ? ਇੰਨੇ ਬੱਚੇ ਨੇ, ਲੋਕਾਂ ਨੇ ਘਰਾਂ 'ਚ ਕੰਮ ਕਰਨ ਜਾਈਦਾ, ਉਦੋਂ ਕਿਸੇ ਨੂੰ ਨਹੀਂ ਮਸਲਾ ਹੋਇਆ ਤੇ ਇੰਨੀ ਕੁ ਵੀਡੀਓ ਨਾਲ ਕਿਉਂ ਕਿਸੇ ਨੂੰ ਮਸਲਾ ਹੋਇਆ? ਜੇਕਰ ਕਿਸੇ ਨੂੰ ਇਤਰਾਜ਼ ਹੋਵੇ ਤਾਂ ਕੋਈ ਘਰ ਆ ਕੇ ਨਾ ਬਹਿ ਜਾਓ। ਕੋਈ ਨਾ, ਮੈਂ ਵੇਖ ਰਿਹਾ ਨਾ ਤੁਹਾਡੇ ਕੋਲ ਕੋਈ ਪੇਟੀ ਹੈ, ਨਾ ਕੋਈ ਇਹੋ ਜਿਹਾ ਕੋਈ ਕੱਪੜਾ ਹੈ, ਕੋਈ ਗਰਮੀ ਸਰਦੀ ਆਸੇ ਬੱਚਿਆਂ ਆਸੇ, ਉਤੋਂ ਈਦ ਵੀ ਆ ਰਹੀ ਹੈ। ਨਾ ਛੋਟੀ ਤੇ ਸਰ ਜੀ ਕੱਪੜੇ ਲੈਣ ਤੇ ਨਾ ਹੋਣੀ ਲੈਣ। ਨਾ ਛੋਟੀ ਈਦ ਤੇ ਕੱਪੜੇ ਲੈਣੇ, ਨਾ ਵੱਡੀ ਈਦ ਤੇ ਲੈਣੇ। ਆ ਤੁਹਾਡਾ ਕੋਈ ਘਰਾਂ ਦੇ ਵਿੱਚ ਮਾੜੇ ਕਿ ਤਗੜੇ ਜਿਹੜੇ ਨੇ ਕੋਈ ਜੀ ਦੇ ਦਿੰਦੇ ਨੇ ਤੇ ਪਾ ਲਈਦੇ ਨੇ ਬੱਚਿਆਂ ਨੂੰ। ਨਹੀਂ, ਮੈਂ ਹੁਣ ਦੇਖਣ ਦਿਆ ਹਾਂ ਕਿ ਮੇਰੀ ਭੈਣ ਤੁਸੀਂ ਰੋਟੀ ਵੀ ਪਕਾਉਣ ਲੱਗੇ ਹੋ। ਹਾਂਜੀ ਹਾਲੇ ਤੱਕ ਤੇ ਤੁਸੀਂ ਹਲੇ ਪਿਆਜ਼ ਹੀ ਤੜਕੇ ਨੇ, ਜੀ ਤੇ ਘਰ ਦੇ ਵਿੱਚ ਮੈਂ ਵੇਖੇ ਕਿ ਕੋਈ ਐਸਾ ਸੈਟਅਪ ਨਹੀਂ ਹੈ ਕਿ ਜਿਹੜਾ ਤੁਸੀਂ ਇਕੱਠੇ ਦਾਣੇ ਵੀ ਪਾਏ ਹੋਣ। ਨਹੀਂ, ਕੋਈ ਪੜੋਲਾ ਨਹੀਂ, ਕੋਈ ਚੀਜ਼ ਨਹੀਂ ਵਸਾਇਆ ਨਹੀਂ ਸਰ ਜੀ ਐਸੇ ਨੇ ਟਾਈਮ ਦੇ ਟਾਈਮ। ਲੋਕਾਂ ਨੇ ਘਰਾਂ 'ਚ ਜਿਹੜੀ ਤਨਖਾਹ ਲਈ ਦੀ ਉਹ ਕਿਰਾਇਆ 5000 ਦੇ ਦੇਈਦਾ। ਮੈਂ ਜਿੱਧਰ ਕੰਮ ਕਰਾਂ ਮਤਲਬ ਕਿੰਨੇ ਕੋ ਪੈਸੇ ਤੁਸੀਂ ਕਿੰਨੇ ਕਮਾਉਂਦੇ? ਮੈਂ ਇੰਨੇ ਕੋਈ ਇੱਕ ਘਰ 4000 ਲੈਣੀ ਹੈ, ਇੱਕ ਘਰੋਂ 3000 2000। ਇੱਕ ਘਰੋਂ ਮਤਲਬ ਰੁਪਈਆ 10,000 ਮਹੀਨਾ? ਨਹੀਂ 10 ਨਹੀਂ ਜੇ ਬਣਦਾ, 8-7000 ਬਣਦਾ। 8-7000 ਰੁਪਈਆ ਬਣਦਾ ਹੈ। ਇਹ ਕਿੰਨਾ ਕਿਰਾਇਆ ਦਾ ਦਿੰਦੇ ਹੋ ਤੁਸੀਂ? 5000 ਰੁਪਈਆ ਕਿਰਾਇਆ, ਤੇ ਜ਼ਾਹਰ 5000 ਤੁਸੀਂ ਇੱਧਰ ਦੇ ਦਿੰਦੇ ਹੋ, 1000 ਬਿੱਲ ਆ ਜਾਂਦਾ ਬਿਜਲੀ ਦਾ, ਗੈਸ ਦਾ 500 ਆ ਜਾਂਦਾ। ਤੇ ਉਹ ਬਕਾਇਆ ਫਿਰ ਬੱਚਿਆਂ ਦਾ ਕਿਵੇਂ ਸੈਟਅਪ ਕਰਦੇ ਹੋ? ਬੱਚਿਆਂ ਨੂੰ ਜਿਹੜੀ ਰੋਟੀ ਕੋਈ ਦੇਵੇ ਉਹ ਫਿਰ ਲਿਆ ਕੇ ਪਾ ਰਿਹਾ। ਚਾਵਲ ਕਿਸੇ ਨੇ ਅੱਜ ਦਿੱਤੇ ਨੇ, ਹੁਣ ਪਕਾ ਲੈਣ। ਚਾਵਲ ਕਿਸੇ ਨੇ ਦਿੱਤੇ ਨੇ? ਜੀ ਦੋਸਤੋ, ਇਹ ਫੈਮਿਲੀ ਹੈ ਤੇ ਇਸ ਫੈਮਿਲੀ ਦੀ ਤੁਸੀਂ ਗੱਲ ਸੁਣ ਲਈਏ। ਕੁਛ ਕਰਜ਼ਾ ਇਸ ਭਾਈ ਦੇ ਉੱਤੇ, ਕਿੰਨਾ ਕਰਜ਼ਾ ਹੈ? 32,000 ਰੁਪਇਆ ਇਸ ਮੇਰੇ ਭਾਈਜਾਨ ਦੇ ਸਿਰ ਤੇ ਕਰਜ਼ਾ ਹੈ, ਔਰ ਇਹਨਾਂ ਕੋਲ ਰੋਜ਼ਗਾਰ ਨਹੀਂ ਹੈ। ਇਸ ਭਾਈਜਾਨ ਕੋਲ ਰੋਜ਼ਗਾਰ ਨਹੀਂ ਹੈ। ਇਹ ਛੋਟੇ ਛੋਟੇ ਬੱਚੇ ਨੇ, ਤੁਸੀਂ ਦੇਖ ਰਹੇ ਹੋ। ਘਰ ਦੇ ਵਿੱਚ ਕੋਈ ਐਡਾ ਕੋਈ ਸੈਟਅਪ ਨਹੀਂ ਇਹਨਾਂ ਦਾ ਹੈ। ਹੁੰਦਾ ਨਾ ਘਰ ਦੇ ਵਿੱਚ ਕੋਈ ਪੇਟੀ ਹੋਵੇ, ਕਿ ਕੋਈ ਐਸਾ ਸਮਾਨ ਹੋਵੇ। ਇਸ ਫੈਮਿਲੀ ਦੇ ਕੋਲ ਇਹ 4 ਪਾਈਆਂ ਨੇ ਔਰ ਚੰਦ ਬਰਤਨ ਨੇ ਜਿਹੜੇ ਖਾਣ ਪਕਾਉਣ ਵਾਲੇ ਨੇ। ਤੇ ਫੈਮਿਲੀ ਦੇ ਨਾਲ ਮੈਂ ਗੱਲ ਕਰਵਾ ਦਿੱਤੀ, ਔਰ ਤੁਸੀਂ ਇਸ ਫੈਮਿਲੀ ਨੂੰ ਦੇਖ ਲਿਆ। ਰਾਸ਼ਨ ਲੈ ਕੇ ਆਓ। ਇਹ 10,000 ਰੁਪਈਆ ਹੈ। ਇਹ ਕਿਸੇ ਅੱਲਾ ਦੇ ਬੰਦੇ ਨੇ ਤੁਹਾਡੇ ਹੱਥੇ ਭੇਜਿਆ, ਠੀਕ ਹੈ? ਉਹਨਾਂ ਸੇ ਦੁਆ ਕਰਿਆ ਜੀ, ਔਰ ਇਨਸ਼ਾਅੱਲਾ ਮੈਂ ਜਦੋਂ ਵੀਡੀਓ ਅਪਲੋਡ ਕਰਾਂਗਾ, ਅੱਲਾ ਦੇ ਫਜ਼ਲ ਕਰਮ ਨਾਲ ਅਗਰ ਕੋਈ ਭਾਈ ਆ ਗਿਆ, ਤੁਹਾਡਾ ਕਰਜ਼ਾ ਜਿਹੜਾ ਇਨਸ਼ਾਅੱਲਾ ਉਹ ਵੀ ਉਤਰ ਜਾਏਗਾ। ਉਸ ਤੋਂ ਬਾਅਦ ਤੁਹਾਡਾ ਜਿਹੜਾ ਰੋਜ਼ਗਾਰ ਹੈ ਇਨਸ਼ਾਅੱਲਾ ਅੱਲਾ ਦੀ ਤਰਫੋਂ ਤੁਹਾਨੂੰ ਉਹ ਵੀ ਮਿਲ ਜਾਏਗਾ। ਦੋਸਤੋ ਤੁਸੀਂ ਇਹ ਦੇਖੋ, ਇਹ ਮੇਰੀ ਭੈਣ ਕਿਸੇ ਦੇ ਘਰ ਕੰਮ ਕਰਨ ਜਾਂਦੀ ਹੈ, ਔਰ ਇਹ ਕਿੰਨੇ ਮਹੀਨੇ ਦਾ? 6 ਮਾਹ ਦਾ। 6 ਮਾਹ ਦਾ ਬੱਚਾ। ਤੁਸੀਂ ਇਹ ਦੇਖੋ ਕਿ ਇੱਕ ਮਾਂ 6 ਮਾਹ ਦਾ ਬੱਚਾ ਛੱਡ ਕੇ ਕਿਸੇ ਦੇ ਘਰ ਜਾਂਦੀ ਹੈ ਕੰਮ ਕਰਨਾ ਸੇ, ਉਹ ਵੀ 6 ਤੋਂ 7,000 ਰੁਪਈਆ। ਨਾ ਰੋ ਨਾ ਹੁਣ ਤੁਸੀਂ, ਇਨਸ਼ਾਅੱਲਾ ਮੇਰੇ ਅੱਲਾ ਨੇ ਚਾਹਿਆ, ਮੇਰੇ ਅੱਲਾ ਨੇ ਚਾਹਿਆ ਕੋਈ ਵੀ ਅੱਲਾ ਦਾ ਬੰਦਾ ਆ ਜਾਏਗਾ ਇਨਸ਼ਾਅੱਲਾ ਇਹਨਾਂ ਬੱਚਿਆਂ ਸੇ। ਮੈਨੂੰ ਉਮੀਦ ਹੈ ਤੁਹਾਡੇ ਇਨਸ਼ਾਅੱਲਾ ਹਾਲਾਤ ਠੀਕ ਹੋ ਜਾਣ। ਦੋਸਤੋ, ਕਿਸੇ ਬੰਦੇ ਦਾ ਦਿਲ ਨਹੀਂ ਕਰਦਾ, ਕਿਸੇ ਮਾਂ ਦਾ ਦਿਲ ਨਹੀਂ ਕਰਦਾ ਕਿ ਆਪਣੇ ਜਿਗਰ ਨੂੰ ਛੱਡ ਕੇ, 6 ਮਾਹ ਦੇ ਬੱਚੇ ਨੂੰ ਛੱਡ ਕੇ ਕਿਸੇ ਦੇ ਘਰ ਜਾ ਕੇ ਕੰਮ ਕਰਨਾ। ਉਹ ਮੇਰੀ ਭੈਣ ਗੱਲ ਪਈ ਕਰਦੀ ਹੈ ਕਿ ਉੱਥੇ ਵੀ 100 ਗੱਲ ਸੁਣਨੀ ਪੈਂਦੀ ਹੈ। ਜ਼ਾਹਰ ਹੈ ਸਵੇਰ ਤੋਂ ਸ਼ਾਮ ਤੱਕ ਜਾਣਾ ਹੈ, ਤੇ 1 ਮਹੀਨੇ ਬਾਅਦ 7 ਤੋਂ 8,000 ਰੁਪਈਆ ਮਿਲਣਾ, ਜਿਹਦੇ ਵਿੱਚ ਇਸ ਫੈਮਿਲੀ ਨੇ ਗੁਜ਼ਾਰਾ ਕਰਨਾ ਹੈ।
ਮਕਾਨ ਕਿਰਾਏ ਤੇ ਵੇ 5000 ਰੁਪਈਆ ਕਿਰਾਇਆ ਦੇਣਾ ਹੈ, ਉਸ ਤੋਂ ਬਾਅਦ 1000 ਰੁਪਇਆ ਬਿੱਲ ਦੇਣਾ ਹੈ। ਉਹ 2000 ਰੁਪਏ ਦੇ ਨਾਲ ਇਹ ਫੈਮਿਲੀ ਕੀ ਕਰਦੀ ਹੋਣੀ, ਕਿਉਂਕਿ ਇਹ ਮੇਰਾ ਭਾਈ ਕੋਈ ਕੰਮ ਨਹੀਂ ਕਰ ਰਿਹਾ, ਮੇਰਾ ਭਾਈ ਹੈ ਬੇਰੁਜ਼ਗਾਰ ਹੈ। ਦੇਖੋ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਫੈਮਿਲੀ ਨੂੰ ਅੱਗੇ ਬਿਠਾਵਾਂ, ਫੈਮਿਲੀ ਨੂੰ ਅੱਗੇ ਬਿਠਾ ਕੇ ਮੈਂ ਉਹਨਾਂ ਦੀ ਵੀਡੀਓ ਬਣਾਵਾਂ। ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੁੰਦਾ ਹੈ ਕਿ ਕੋਈ ਵੀ ਸ਼ਖਸ ਅਗਰ ਵੇਖਦਾ ਹੈ, ਯਾਰ ਆਪਣੇ ਇਰਦ ਗਿਰਦ ਵੇਖਿਆ ਕਰੋ, ਇਹਨਾਂ ਲੋਕਾਂ ਦਾ ਅਹਿਸਾਸ ਕਰਿਆ ਕਰੋ, ਆਪਣੇ ਇਰਦ ਗਿਰਦ ਵੇਖ ਕੇ ਇਹਨਾਂ ਲੋਕਾਂ ਦਾ ਅਹਿਸਾਸ ਜ਼ਰੂਰ ਕਰਿਆ ਕਰੋ, ਇਹਨਾਂ ਦੇ ਸਿਰਾਂ ਤੇ ਹੱਥ ਰੱਖਿਆ ਕਰੋ ਤੇ ਇਸ ਫੈਮਿਲੀ ਦੀ ਮਦਦ ਜ਼ਰੂਰ ਕਰਨੀ। ਅੱਲਾ ਸੋਨੇ ਦੀ ਰਜ਼ਾ ਸੇ। ਪਾਕਿस्तान जिंदाबाद।